ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੀ ਝਲਕ ਤਹਿਤ ਅੱਜ ਆਪ ਜੀ ਨੂੰ ਦਰਸ਼ਨ ਹੋ ਰਿਹਾ ਬਹੁਤ ਹੀ ਰਮਣੀਕ ਸਥਾਨ ਦੇ, ਜਿੱਥੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ। ਬਾਬਾ ਸ਼੍ਰੀ ਚੰਦ ਜੀ ਉਹ ਸ਼ਖਸੀਅਤ ਜਿਨ੍ਹਾਂ ਨੇ ਆਪਣੇ ਸੇਵਕ ਨੂੰ ਆਪਣੇ ਸਥਾਨਾਂ ਦੇ ਬਿਲਕੁਲ ਬਰਾਬਰ ਸਥਾਨ ਦਿੱਤਾ। ਅੱਜ ਆਪ ਜੀ ਨੂੰ ਉਹਨਾਂ ਦੇ ਸਥਾਨਾਂ ਦੇ ਕਰਾਵਾਂਗੇ ਦਰਸ਼ਨ। ਸਾਂਝਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਤਿਹਾਸ ਦੀ ਝਲਕ ਤਹਿਤ ਅੱਜ ਆਪ ਜੀ ਨੂੰ ਦਰਸ਼ਨ ਹੋ ਰਹੇ ਜੀ ਗੁਰਦੁਆਰਾ ਬਾਟ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ। ਇਸੇ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੀ ਚਰਨ ਪਏ ਤੇ ਇਸੇ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ। ਆਓ ਆਪ ਜੀ ਨੂੰ ਦਰਸ਼ਨ ਕਰਾਣੇ ਆ ਇਸ ਸਥਾਨ ਦੇ ਤੇ ਇਸ ਸਥਾਨ ਦੇ ਇਤਿਹਾਸ ਬਾਰੇ ਆਪ ਜੀ ਨਾਲ ਸਾਂਝ ਪਾਉਣੇ ਆ। ਗੁਰਸਿੱਖਾਂ ਕੈ ਮਨ ਭਾਵਦੇ, ਗੁਰ ਸਤ ਗੁਰ ਕੀ ਵਡਿਆਈ। ਗੁਰਸਿੱਖਾਂ ਕੈ ਮਨ ਭਾਵਦੇ, ਗੁਰ ਸਤ ਗੁਰ ਕੀ ਵਡਿਆਈ। ਗੁਰਦੁਆਰਾ ਸ੍ਰੀ ਬਾਟ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੇ ਤਪ ਅਸਥਾਨ ਨਾਲ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਬਾਬਾ ਸ਼੍ਰੀ ਚੰਦ ਜੀ ਦਾ ਜਨਮ 1551 ਬਿਕਰਮੀ ਸਨ 1494 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਬਾਬਾ ਸ਼੍ਰੀ ਚੰਦ ਜੀ ਦਾ ਪਾਲਣ ਪੋਸ਼ਣ ਬੇਬੇ ਨਾਨਕੀ ਜੀ ਨੇ ਕੀਤਾ ਤੇ ਵਿਦਿਆ ਵੀ ਬੇਬੇ ਨਾਨਕੀ ਜੀ ਨੇ ਇਹਨਾਂ ਨੂੰ ਸਿਖਾਈ। ਬਾਬਾ ਸ਼੍ਰੀ ਚੰਦ ਜੀ ਛੋਟੇ ਹੁੰਦਿਆਂ ਤੋਂ ਹੀ ਪ੍ਰਭੂ ਚਰਨਾਂ ਤੇ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਸਨ। ਬਾਬਾ ਸ਼੍ਰੀ ਚੰਦ ਜੀ ਬਾਲ ਜਤੀ ਹੀ ਰਹੇ। ਬਾਬਾ ਸ਼੍ਰੀ ਚੰਦ ਜੀ ਦੇ ਛੋਟੇ ਭਰਾਤਾ ਬਾਬਾ ਲਖਮੀ ਚੰਦ ਜੀ ਸਨ, ਜਿਨ੍ਹਾਂ ਗ੍ਰਹਿਸਥ ਮਾਰਗ ਧਾਰਨ ਕੀਤਾ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਡੇਰਾ ਬਾਬਾ ਨਾਨਕ ਵਾਲੀ ਜਗ੍ਹਾ ਪਰ ਆਪਣਾ ਨਿਵਾਸ ਕੀਤਾ, ਉਸ ਸਮੇਂ ਇਲਾਕਾ ਘਣੇ ਜੰਗਲਾਂ ਦਾ ਰੂਪ ਸੀ, ਜਿਸ ਵਿੱਚ ਜੰਗਲੀ ਜਾਨਵਰ ਵੀ ਰਹਿੰਦੇ ਸਨ। ਇੱਕ ਦਿਨ ਬਾਬਾ ਲਖਮੀ ਚੰਦ ਜੀ ਹਿਰਨ, ਸ਼ਹੇ ਤੇ ਹੋਰ ਜੀਵ ਮਾਰ ਕੇ ਆ ਰਹੇ ਸਨ ਤਾਂ ਅੱਗੇ ਬਾਬਾ ਸ਼੍ਰੀ ਚੰਦ ਜੀ ਕਈ ਦਿਨਾਂ ਦੀ ਸਮਾਧੀ ਪਿੱਛੋਂ ਉੱਠ ਕੇ ਰੱਬ ਦੇ ਪ੍ਰੇਮ ਵਿੱਚ ਰੰਗੇ ਬੈਠੇ ਸਨ। ਤਾਂ ਬਾਬਾ ਲਖਮੀ ਚੰਦ ਨੇ ਆ ਕੇ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਬਾਬਾ ਸ਼੍ਰੀ ਚੰਦ ਜੀ ਜੋ ਇਹਨਾਂ ਜੀਵਾਂ ਦਾ ਦਰਦ ਨਾ ਸਹਿ ਸਕੇ ਤੇ ਲਖਮੀ ਚੰਦ ਜੀ ਨੂੰ ਆਖਿਆ ਕਿ ਆਪ ਨੂੰ ਗੁਰੂ ਪਿਤਾ ਅੱਗੇ ਇਹਨਾਂ ਜੀਵਾਂ ਦੇ ਘਾਤ ਦਾ ਹਿਸਾਬ ਦੇਣਾ ਪਵੇਗਾ। ਇਹ ਸੁਣ ਕੇ ਬਾਬਾ ਲਖਮੀ ਚੰਦ ਆਪਣੀ ਧਰਮ ਪਤਨੀ ਪੁੱਤਰ ਬਾਬਾ ਧਰਮਚੰਦ ਸਮੇਤ ਘੋੜੇ ਤੇ ਸਵਾਰ ਹੋ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਸੀਸ ਝੁਕਾ ਕੇ ਆਖਣ ਲੱਗੇ, ਵੀਰ ਜੀਓ, ਅਸੀਂ ਆਪ ਜੀ ਦੇ ਆਖੇ ਮੁਤਾਬਕ ਸਣੇ ਪਰਿਵਾਰ ਦੇ ਹੁਣ ਲੇਖਾ ਚੁਕਾਉਣ ਨੂੰ ਜਾ ਰਹੇ ਹਾਂ। ਇਉਂ ਆਖਦਿਆਂ ਹੋਇਆਂ ਬਾਬਾ ਲਖਮੀ ਚੰਦ ਜੀ ਆਕਾਸ਼ ਵੱਲ ਨੂੰ ਉੱਡ ਗਏ। ਬਾਬਾ ਲਖਮੀ ਚੰਦ ਦੇ ਜਾਣ ਪਿੱਛੋਂ ਬਾਬਾ ਸ਼੍ਰੀ ਚੰਦ ਦੇ ਮਨ ਵਿੱਚ ਆਇਆ ਕਿ ਉਹਨਾਂ ਦਾ ਉੱਥੋਂ ਮੁੜ ਪਰਤਣਾ ਔਖੀ ਗੱਲ ਹੈ। ਗੁਰੂ ਨਾਨਕ ਸਾਹਿਬ ਦਾ ਵੰਸ਼ ਲਖਮੀ ਚੰਦ ਦੇ ਨਾਲ ਹੀ ਖਤਮ ਹੋ ਜਾਵੇਗਾ, ਕਿਉਂਕਿ ਉਹ ਆਪ ਤਾਂ ਜਤੀ ਸਤੀ ਸਾਧ ਸਨ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਬਾਂਹ ਨੂੰ ਆਕਾਸ਼ ਵੱਲ ਵਧਾ ਕੇ ਭਤੀਜੇ ਧਰਮਚੰਦ ਨੂੰ ਹੇਠਾਂ ਖਿੱਚ ਲਿਆਂਦਾ। ਬਾਬਾ ਲਖਮੀ ਚੰਦ ਦੇ ਪਰਲੋਕ ਗਮਨ ਕਰ ਜਾਣ ਪਿੱਛੋਂ ਬਾਬਾ ਸ਼੍ਰੀ ਚੰਦ ਜੀ ਨੇ ਧਰਮਚੰਦ ਦਾ ਪਾਲਣ ਪੋਸ਼ਣ ਦਾ ਕੰਮ ਔਖਾ ਵੇਖਦੇ ਹੋਏ ਕਰਤਾਰਪੁਰ ਤੋਂ ਬਾਠ
ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕਾ ਪਿੰਡ ਸੀ, ਜਾ ਕੇ ਰਹਿਣ ਦੀ ਤਿਆਰੀ ਕੀਤੀ ਤੇ ਸੰਮਤ 1608 ਵਿੱਚ ਬਾਠ ਸਾਹਿਬ ਨਗਰ ਵਿੱਚ ਆ ਗਏ। ਆਪ ਜੀ ਨੇ ਬਾਠ ਨਗਰ ਵਿੱਚ ਆ ਕੇ ਰਹਿਣਾ ਇਸ ਲਈ ਵੀ ਚੰਗਾ ਜਾਣਿਆ ਕਿਉਂਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦੇ ਮਾਮਾ ਕ੍ਰਿਸ਼ਨਾ ਜੀ ਦੇ ਪਰਿਵਾਰ ਵਿੱਚ ਪੁੱਤ ਪੋਤਰਿਆਂ ਨਾਲ ਧਰਮਚੰਦ ਦੀ ਵੀ ਪਾਲਣ ਪੋਸ਼ਣ ਹੋ ਜਾਵੇਗਾ ਤੇ ਬਾਬਾ ਸ਼੍ਰੀ ਚੰਦ ਜੀ ਦੇ ਸਿਮਰਨ ਧਿਆਨ ਵਿੱਚ ਵੀ ਕੋਈ ਫਰਕ ਨਹੀਂ ਪਵੇਗਾ। ਮਨ ਪਾਰ ਬ੍ਰਹਮ ਹੈ, ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ। ਇਹ ਜੋ ਪਾਵਨ ਪਵਿੱਤਰ ਤਪ ਸਥਾਨ ਜਿਸ ਤੇ ਆਪ ਸਭ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੇ ਹੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਹੈ। ਇਸ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਹੀ ਲੰਮਾ ਸਮਾਂ ਤਪੱਸਿਆ ਕੀਤੀ। ਤਕਰੀਬਨ 62 ਸਾਲ ਬਾਬਾ ਜੀ ਨੇ ਇਸ ਸਥਾਨ ਤੇ ਗੁਜ਼ਾਰਨਾ ਕੀਤੇ ਸਨ। ਇਸੇ ਹੀ ਸਮੇਂ ਦੇ ਦੌਰਾਨ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ, ਉਹਨਾਂ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਸਥਾਨ ਤੇ ਆਏ, ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਭਗਤੀ ਦੇ ਵਿੱਚ ਲੀਨ ਸਨ। ਸੋ ਇਸ ਕਾਰਨ ਕਰਕੇ ਬਾਬਾ ਸ਼੍ਰੀ ਚੰਦ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਵਿਚਕਾਰ ਬਚਨ ਵਿਲਾਸ ਨਾ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰੋਜ਼ਾਨਾ ਇਸ ਥੰਮ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਖਲੋ ਜਾਂਦੇ ਸਨ ਤੇ ਬਾਬਾ ਸ਼੍ਰੀ ਚੰਦ ਜੀ ਦੀ ਭਗਤੀ ਦੇ ਵਿੱਚੋਂ ਉੱਠਣ ਦੀ ਉਡੀਕ ਕਰਿਆ ਕਰਦੇ ਸਨ। ਇਹ ਜੋ ਸਿਲਸਿਲਾ ਹੈ ਕਿ ਸਵੇਰ ਅਤੇ ਸ਼ਾਮ ਨੂੰ ਬਾਬਾ ਜੀ ਇਸ ਸਥਾਨ ਤੇ ਆਉਂਦੇ ਸਨ, ਤਕਰੀਬਨ 5 ਮਹੀਨੇ 27 ਦਿਨ ਚੱਲਦਾ ਰਿਹਾ। ਉਪਰੰਤ ਬਾਬਾ ਸ਼੍ਰੀ ਚੰਦ ਜੀ ਤਪੱਸਿਆ ਤੋਂ ਉੱਠੇ, ਉਹਨਾਂ ਦੇ ਨਾਲ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਅਤੇ ਬਾਬਾ ਜੀ ਦੇ ਆਪਸੀ ਬਚਨ ਵਿਲਾਸ ਹੋਏ। ਇਸ ਜੋ ਪਵਿੱਤਰ ਥੰਮ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਥੰਮ ਸਾਹਿਬ ਜੀ ਦੇ ਕੋਲ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪੰਜਵੀਂ ਪਾਤਸ਼ਾਹੀ 5 ਮਹੀਨੇ 27 ਦਿਨ ਇਸ ਜਗ੍ਹਾ ਤੇ ਖੜ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਜਦੋਂ ਮਿਲਣ ਆਏ ਸੀ ਤੇ ਉਹਨਾਂ ਦੀ ਸਮਾਧੀ ਖੁੱਲਣ ਦਾ ਇੰਤਜ਼ਾਰ ਕਰਦੇ ਰਹੇ। ਜਿਸ ਸਥਾਨ ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਿਨ ਅਤੇ ਰਾਤ ਨੂੰ ਵਿਸ਼ਰਾਮ ਕਰਦੇ ਸਨ, ਉਸ ਸਥਾਨ ਤੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਪੰਜਵੀਂ ਸੁਭਾਇਮਾਨ ਹੈ। ਉਸੇ ਹੀ ਸਥਾਨ ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਚੌਧਰੀ ਦੋਦਾ ਜੀ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਵਾਲੀ ਪਾਵਨ ਜ਼ਮੀਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦੇਣਾ ਕੀਤੀ ਸੀ ਤੇ ਨਾਲ ਹੀ ਇੱਕ ਲੰਮੀ ਆਜੂ ਦਾ ਜੋ ਵਾਰਸੀ ਪ੍ਰਾਪਤ ਕੀਤਾ ਸੀ, ਇਸ ਸਥਾਨ ਤੇ ਪਹੁੰਚੇ ਜੋ ਗੁਰੂ ਅਰਜਨ ਸਾਹਿਬ ਜੀ ਦਾ ਸਥਾਨ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਮੁਕਤੀ ਦਾ ਵਰ ਪ੍ਰਾਪਤ ਕੀਤਾ ਸੀ। ਉਸੇ ਹੀ ਸਥਾਨ ਤੇ ਜੋ ਗੁਰੂ ਸਾਹਿਬ ਜੀ ਦਾ ਸਥਾਨ ਹੈ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਲਾਕੇ ਦੀ ਜੋ ਇੱਕ ਮੰਗ ਸੀ, ਲੋੜ ਸੀ, ਸੰਗਤਾਂ ਦੀ ਮੰਗ ਸੀ, ਉਸ ਦੀ ਪੂਰਤੀ ਵਾਸਤੇ ਸਾਂਝੀ ਵਾਲਤਾ ਵਾਸਤੇ ਇੱਕ ਸਰੋਵਰ ਅਤੇ ਖੂਹ ਦੀ ਰਚਨਾ ਕੀਤੀ ਸੀ। ਗੁਰ ਸਿਖਾ ਕੇ ਮਨ ਪਾਵਦੇ। ਹੁਣ ਆਪ ਜੀ ਨੂੰ ਦਰਸ਼ਨ ਹੋ ਰਹੇ ਆ ਜੀ ਗੁਰਦੁਆਰਾ ਗੁਰੂਸਰ ਸਾਹਿਬ। ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਸ ਵਕਤ ਬਾੜ ਸਾਹਿਬ ਆਏ ਤੇ 5 ਮਹੀਨੇ 27 ਦਿਨ ਇਸੇ ਜਗ੍ਹਾ ਤੇ ਆ ਕੇ ਰਾਤ ਨੂੰ ਆਰਾਮ ਕਰਦੇ ਰਹੇ। ਇੱਥੇ ਸੰਗਤਾਂ ਦੇ ਰੋਗਾਂ ਦੇ ਉਧਾਰ ਲਈ ਪਾਤਸ਼ਾਹ ਨੇ ਇੱਕ ਛਪੜੀ ਛੋਟੀ ਜੀ ਬਣਾਈ ਸੀ, ਜਿੱਥੇ ਇਸ਼ਨਾਨ ਕਰਨ ਨਾਲ ਉਹ ਸਾਰੇ ਰੋਗ ਦੂਰ ਹੋ ਜਾਂਦੇ ਸੀ ਜਿਹੜੇ ਡਾਕਟਰਾਂ ਦੇ ਵੱਸ ਨਹੀਂ ਸਨ। ਅੱਜ ਵੀ ਬਹੁਤ ਸੰਗਤ ਹੈ ਜਿਨ੍ਹਾਂ ਦੇ ਇੱਥੇ ਕਸ਼ਟ ਦੂਰ ਹੋ ਰਹੇ ਹਨ। ਇਸੇ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਆਏ। ਉਹ ਆਪਣੇ ਪਿਤਾ ਜੀ ਦੀ ਯਾਦ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਯਾਦ ਅੰਦਰ ਉਹਨਾਂ ਨੇ ਇੱਥੇ ਇੱਕ ਹੱਥੀਂ ਬਾਗ ਲਵਾਇਆ। ਉਹ ਬਾਗ ਕਾਫੀ ਬਾਗ ਜਿਹੜਾ ਉਹ ਵੱਢਿਆ ਜਾ ਚੁੱਕਾ ਆ, ਜਿੱਥੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ ਤੇ ਕੁਝ ਕੰਬ ਜਿਹੜੇ ਸਰੋਵਰ ਦੇ ਦੁਆਲੇ ਨੇ ਉਹੀ ਬਚੇ ਹੋਏ। ਇਸ ਸਥਾਨ ਤੇ ਸਤਿਗੁਰੂ ਜੀ, ਛੇਵੇਂ ਪਾਤਸ਼ਾਹ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਵਿਚਕਾਰ ਬਚਨ ਵਿਲਾਸ ਹੋਏ। ਇਸੇ ਹੀ ਸਥਾਨ ਤੇ
ਸਤਿਗੁਰੂ ਜੀ ਦੇ ਨਾਲ ਉਹਨਾਂ ਦੇ ਸਾਰੇ ਸੁਪੁੱਤਰ ਆਏ ਸਨ। ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਕੋਲੋਂ ਇੱਕ ਪੁੱਤਰ ਵਾਸਤੇ ਆਖਣਾ ਕੀਤਾ ਕਿ ਸਾਰੇ ਪੁੱਤਰ ਤੁਸਾਂ ਨੇ ਆਪਣੇ ਕੋਲ ਰੱਖਣੇ ਹਨ ਜਾਂ ਸਾਨੂੰ ਇੱਕ ਦੇਵੋ। ਤਾਂ ਬਾਬਾ ਗੁਰਦਿੱਤਾ ਜੀ ਜੋ ਸਨ ਉਹ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਹੀ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਸਪੁਰਦ ਕੀਤੇ ਤੇ ਨਾਲ ਹੀ ਬਾਬਾ ਸ਼੍ਰੀ ਚੰਦ ਜੀ ਨੇ ਜੋ ਵਰ ਸੀ, ਅਸੀਸ ਸੀ, ਉਹ ਬਖਸ਼ਿਸ਼ ਕੀਤੀ। ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਵਰ ਦਿੱਤਾ। ਇਸੇ ਹੀ ਅਸਥਾਨ ਤੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਉਦਾਸੀ ਮਤ ਦਾ ਜੋ ਉੱਤਰਾਧਿਕਾਰੀ ਸੀ ਉਹ ਸਥਾਪਿਤ ਕੀਤਾ ਸੀ। ਨਾਲ ਇਹ ਵੀ ਬਚਨ ਕੀਤੇ ਸਨ ਕਿ ਗੁਰਤਾ ਗੱਦੀ ਆਪ ਜੀ ਦੇ ਕੋਲ ਪਹਿਲਾਂ ਹੈ। ਉਦਾਸੀ ਮਤ ਵੀ ਆਪ ਜੀ ਦੀ ਹੋਈ ਤਾਂ ਉਦਾਸੀ ਮਤ ਨੇ ਫਿਰ 4 ਧੂਣੇ ਜੋ ਸਨ ਉਹ ਸਥਾਪਿਤ ਕੀਤੇ ਬਾਬਾ ਗੁਰਦਿੱਤਾ ਜੀ ਨੇ, ਜਿਨ੍ਹਾਂ ਨੇ ਲਗਾਤਾਰ ਸਿੱਖੀ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਸੀ। ਇਸੇ ਹੀ ਸਥਾਨ ਤੇ ਇਹ ਜੋ ਸਾਡੇ ਪਿਛਲੇ ਪਾਸੇ ਤੁਸੀਂ ਬੇਰੀ ਸਾਹਿਬ ਵੇਖ ਰਹੇ ਹੋ, ਇੱਥੇ ਭਾਈ ਕਮਲਿਆ ਜੀ ਜੋ ਬਾਬਾ ਸ਼੍ਰੀ ਚੰਦ ਜੀ ਦੇ ਅਨਨ ਸੇਵਕ ਹੋਏ, ਉਹਨਾਂ ਦਾ ਅੰਤਮ ਸਮਾਂ ਇਸ ਸਥਾਨ ਤੇ ਹੋਇਆ ਤੇ ਇਸੇ ਹੀ ਜਗ੍ਹਾ ਤੇ ਉਹਨਾਂ ਨੂੰ ਦਫਨਾਇਆ ਗਿਆ ਸੀ, ਕਿਉਂਕਿ ਇਤਿਹਾਸ 'ਚ ਲਿਖਿਆ ਪ੍ਰਾਪਤ ਹੁੰਦਾ ਕਿ ਉਹ ਮੁਸਲਮਾਨ ਸਨ। ਤੇ ਬੇਰੀ ਦੀ ਟਹਿਣੀ ਜੋ ਸੀ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਨਜ਼ਦੀਕ ਹੀ ਗੜਨਾ ਕੀਤੀ ਜਿੱਥੇ ਦਫਨਾਇਆ ਸੀ ਤੇ ਅੱਜ ਇੱਕ ਵਿਸ਼ਾਲ ਦਰਖਤ ਦੇ ਰੂਪ ਦੇ ਵਿੱਚ ਹੈ। ਹਰ ਦਰਗਹਿ ਤੇ ਮੁਖੀ ਉਜਲੇ। ਇਸੇ ਹੀ ਸਥਾਨ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਤੋਂ ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਜੀ ਦੁਆਰਾ ਬਾਬਾ ਸ਼੍ਰੀ ਚੰਦ ਜੀ ਦੁਆਰਾ ਇੱਕ ਸਾਂਝਾ ਉਪਦੇਸ਼ ਜੋ ਸਮੁੱਚੀ ਲੁਕਾਈ ਵਾਸਤੇ ਸੀ, ਜਿਸ ਦੇ ਤਹਿਤ ਉਹਨਾਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦੇਣਾ ਕੀਤਾ। ਊਚ ਨੀਚ ਦਾ ਭੇਦਭਾਵ ਜੋ ਸੀ ਉਹ ਖਤਮ ਕੀਤਾ। ਜਿਸ ਪ੍ਰਕਾਰ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਰੋਵਰ ਦੀ ਰਚਨਾ ਕੀਤੀ ਸੀ, ਇਸੇ ਹੀ ਪ੍ਰਕਾਰ ਇਸ ਸਥਾਨ ਤੇ ਸਾਂਝੇ ਰੂਪ ਦੇ ਵਿੱਚ ਇੱਕ ਬੌਲੀ ਸਾਹਿਬ ਜੀ ਜੋ ਹੈ ਉਸ ਦੀ ਵੀ ਸਥਾਪਨਾ ਕੀਤੀ ਗਈ। ਜਿਵੇਂ ਪੰਗਤ ਅਤੇ ਸੰਗਤ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੀਆਂ ਹਨ। ਜਿੱਥੇ ਊਚ ਨੀਚ ਦਾ ਭੇਦਭਾਵ ਆਕਰ ਮਿਟਦਾ, ਜਿੱਥੇ ਚਾਹੇ ਕੋਈ ਵੀ ਜਾਤ ਧਰਮ ਮਜ਼ਹਬ ਦਾ ਆਕਰ ਪ੍ਰਸ਼ਾਦਾ ਛਕੇ ਬੈਠ ਸਕਦਾ ਹੈ ਜੀ, ਉਸੇ ਪ੍ਰਕਾਰ ਇਹ ਬੌਲੀ ਸਾਹਿਬ ਅਤੇ ਸਰੋਵਰ ਸਾਹਿਬ ਜੋ ਹਨ ਉਹ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਸਤੇ ਹਨ। ਆਪ ਸਭ ਸੰਗਤਾਂ ਇਸ ਪਾਵਨ ਸਥਾਨ ਤੇ ਉਸ ਪਾਵਨ ਬੌਲੀ ਸਾਹਿਬ ਜੀ ਦੇ ਵੀ ਦਰਸ਼ਨ ਦਿਦਾਰੇ ਕਰ ਸਕਦੇ ਹੋ। ਸਤਿਗੁਰ ਕੀ ਵਡਿਆ। ਆਪ ਜਿਸ ਬੌਲੀ ਦੇ ਦਰਸ਼ਨ ਕਰ ਰਹੇ ਹੋ, ਇਹ ਬੌਲੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਹੁਣਾਂ ਵੱਲੋਂ ਇੱਥੇ ਲਵਾਈ ਗਈ। ਇਸ ਬੌਲੀ ਦੇ ਜਲ ਨਾਲ ਦੇਹ ਅਰੋਗਤਾ ਤੇ ਉਸ ਟਾਈਮ ਦੇ ਉੱਤੇ ਜੋ ਜਲ ਦੀ ਕਮੀ ਸੀ ਉਹਦੀ ਪੂਰਨਤਾ ਹੁੰਦੀ ਰਹੀ। ਕੀ ਵਡਿਆਈ। ਇੱਥੋਂ ਹੀ ਬਾਬਾ ਸ਼੍ਰੀ ਚੰਦ ਜੀ ਚੰਬੇ ਨੂੰ ਚਲੇ ਗਏ ਭੌਂਤਰ ਤੋਂ ਹੁੰਦਿਆਂ ਹੋਇਆ ਤੇ ਅਗਾਹਾਂ ਉਹ ਸੱਚਖੰਡ ਪਿਆਨਾ ਕਰ ਜਾਂਦੇ ਹਨ। ਇਹ ਇੱਥੋਂ ਦਾ ਸੰਖੇਪ ਰੂਪ ਦੇ ਵਿੱਚ ਇਤਿਹਾਸ ਹੈ ਜੀ। ਦੂਰ ਦਰਾਡੇ ਤੋਂ ਸੰਗਤਾਂ ਪਾਵਨ ਸਥਾਨ ਤੇ ਆਉਂਦੀਆਂ ਹਨ। ਅਮਾਵਸ ਦਾ ਦਿਹਾੜਾ, ਖਾਲਸਾ ਸਾਜਨਾ ਦਿਵਸ, ਵਿਸਾਖੀ, ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ, ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਿਹਾੜਾ, ਇਹ ਪ੍ਰਮੁੱਖ ਰੂਪ ਦੇ ਵਿੱਚ ਇਸ ਪਾਵਨ ਸਥਾਨ ਤੇ ਮਨਾਏ ਜਾਣ ਵਾਲੇ ਇਤਿਹਾਸਕ ਦਿਹਾੜੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਵੇਲੇ ਸਮੁੱਚਾ ਪ੍ਰਬੰਧ ਹੈ। ਸੰਗਤਾਂ ਦੀ ਆਓ ਭਗਤ ਵਾਸਤੇ, ਸਵਾਗਤ ਵਾਸਤੇ, ਉਹਨਾਂ ਦੀ ਰਿਹਾਇਸ਼ ਵਾਸਤੇ, ਲੰਗਰ ਵਾਸਤੇ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਚੱਲਦੇ ਹਨ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ, ਉਹਨਾਂ ਦੀ ਇਸ ਸਥਾਨ ਤੇ ਜੋ ਹੈ ਉਹ ਸੇਵਾ ਨਿਰੰਤਰ ਜਾਰੀ ਹੈ ਜੀ। ਇਹ ਇੱਥੋਂ ਦਾ ਸੰਖੇਪ ਇਤਿਹਾਸ ਤੇ ਇੱਥੋਂ ਦੀ ਸੋ ਸੰਖੇਪ ਜਾਣਕਾਰੀ ਹੈ ਜੀ। ਜੋ ਗੁਰ ਕੇ ਸਿੱਖ ਮੇਰੇ ਭਾਈ, ਜਨ ਨਾਨਕ ਮੰਗੇ ਤੂੜ ਤਿੰਨ। ਜਨ ਨਾਨਕ ਮੰਗੇ ਤੂੜ ਤਿੰਨ। ਹੁਣ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਬਾਠ ਸਾਹਿਬ, ਜਿੱਥੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ 62 ਸਾਲ ਤਪੱਸਿਆ ਕੀਤੀ, ਜਿਸ ਕਾਰਨ ਇਸ ਨਗਰ ਦਾ ਨਾਮ ਹੀ ਬਾਠ ਸਾਹਿਬ ਪਿਆ। ਆਪ ਜੀ ਨੂੰ ਸਾਡਾ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸਣਾ।
ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ, ਹੋਰ ਗੁਰਦੁਆਰੇ ਗੁਰਧਾਮਾਂ ਦੇ ਲਈ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਜੀ ਸਾਂਝਾ ਮੁੱਦਾ ਦੇ ਨਾਲ।